हाँ जी विद्यार्थियों, सारिਆਂ ਨੂੰ ਸਤਿ ਸ੍ਰੀ ਅਕਾਲ। ਆਪਾਂ ਪਿਛਲੀ ਜਮਾਤ ਦੇ ਵਿੱਚ ਆਪਣਾ ਜਿਹੜਾ ਵਿਸ਼ਾ ਸੀਗਾ ਉਹ ਸੀਗਾ ਜੀ ਮਾਤ ਭਾਸ਼ਾ ਪੰਜਾਬੀ ਦੀ ਪਾਠ ਪੁਸਤਕ ਬਾਰੇ ਮੈਂ ਤੁਹਾਨੂੰ ਇੰਪੋਰਟੈਂਟ ਗੱਲਾਂ ਦੱਸੀਆਂ ਸੀਗੀਆਂ ਵੀ ਇਹ ਤੁਸੀਂ ਬਹੁਤ ਧਿਆਨ ਦੇ ਵਿੱਚ ਰੱਖਣੀਆਂ। ਤੁਸੀਂ ਉਹਦੇ ਵਿੱਚੋਂ ਪ੍ਰਸ਼ਨ ਜ਼ਰੂਰ ਆਊਗਾ। ਇੱਕ ਪ੍ਰਸ਼ਨ ਹੈ ਜਿਹੜਾ ਉਹ ਭਾਸ਼ਾ ਪੁਸਤਕਾਲਾ ਦੇ ਵਿੱਚੋਂ ਵੀ ਆਉਂਦਾ ਹੁੰਦਾ ਹੈ। ਸਾਡੀ ਸਕੂਲ ਲਾਇਬ੍ਰੇਰੀ ਕਹਿ ਸਕਦੇ ਆਪਾਂ, ਲਾਇਬ੍ਰੇਰੀ ਭਾਸ਼ਾ ਪੁਸਤਕਾਲਿਆ ਦੇ ਵਿੱਚੋਂ ਇਹਦਾ ਕੀ ਮਹੱਤਵ ਆ, ਇਹਦੇ ਬਾਰੇ ਕਿਸੇ ਭਾਸ਼ਾ ਵਿਗਿਆਨੀ ਨੇ ਕੀ ਆਪਣੇ ਤਰਕ ਵਿਚਾਰ ਦਿੱਤੇ ਆ, ਉਹਦੇ 'ਤੇ ਗੱਲ ਕਰਾਂਗੇ। ਨਾਲ ਆਪਾਂ ਇਹ ਦੇਖਣਾ ਵੀ ਪ੍ਰਸ਼ਨ ਕਿਹੜੇ ਬਣਦੇ ਆ ਭਾਸ਼ਾ ਪੁਸਤਕਾਲਾ ਸੰਬੰਧੀ। ਹਾਂਜੀ, ਕੁਝ ਇਸ ਤਰ੍ਹਾਂ ਦੇ ਟੌਪਿਕ ਹੈ ਵੀ ਜਿਹੜੇ ਸਿੱਧੇ ਨਹੀਂ ਦੇ ਰੱਖੇ ਆਪਣੇ ਸਿਲੇਬਸ ਦੇ ਵਿੱਚ, ਪਰ ਉਹਨਾਂ ਦੇ ਵਿੱਚੋਂ ਪ੍ਰਸ਼ਨ ਪੁੱਛਿਆ ਜਾਂਦਾ। ਉਹਦੇ ਵਿੱਚੋਂ ਸਾਡੀ ਭਾਸ਼ਾ ਪੁਸਤਕਾਲਾ ਇੱਕ ਹੈ। ਸਿੱਖਿਆ ਅਤੇ ਪੁਸਤਕਾਂ ਦਾ ਬਿਲਕੁਲ ਹੈ ਜੀ ਗੂੜਾ ਸੰਬੰਧ, ਬਿਲਕੁਲ ਸਹੀ ਹੈ। ਹਾਂਜੀ, ਵਿਅਕਤੀ ਆਪਣੇ ਅਨੁਭਵ ਦੇ ਨਾਲ ਦੂਜਿਆਂ ਦੇ ਅਨੁਭਵ ਦੁਆਰਾ ਹੀ ਸਿੱਖਦਾ ਹੈ। ਦੇਖੋ ਜੀ, ਇਕੱਲੇ ਆਪਣੇ ਅਨੁਭਵ ਤੋਂ ਨਹੀਂ ਸਿੱਖਿਆ ਜਾਂਦਾ, ਦੂਜਿਆਂ ਦੇ ਅਨੁਭਵ ਤੋਂ ਵੀ ਸਿੱਖਿਆ ਗ੍ਰਹਿਣ ਕੀਤੀ ਜਾਂਦੀ ਹੈ। ਦੋਨੋਂ ਤਰੀਕਿਆਂ ਨਾਲ, ਕੇਵਲ ਆਪਣੇ ਅਨੁਭਵ ਨਾਲ ਕੋਈ ਨਹੀਂ ਸਿੱਖ ਸਕਦਾ, ਦੂਸਰਿਆਂ ਦਾ ਅਨੁਭਵ ਵੀ ਜ਼ਰੂਰੀ ਹੈ। ਦੇਖੋ ਜੀ, ਪੁਸਤਕਾਂ ਜਿਹੜੀਆਂ ਦੂਜਿਆਂ ਦੇ ਅਨੁਭਵਾਂ ਤੱਕ ਪਹੁੰਚਣ ਦਾ ਸਭ ਤੋਂ ਵਧੀਆ ਸਾਧਨ ਹੈ। ਦੂਸਰੇ ਦੇ ਵਿਚਾਰਾਂ ਨੂੰ, ਦੂਸਰੇ ਦੇ ਨਾਲ ਸੰਬੰਧਿਤ ਤੱਥਾਂ ਨੂੰ ਆਪਾਂ ਕਿਵੇਂ ਗ੍ਰਹਿਣ ਕਰਦੇ ਹਾਂ? ਪੁਸਤਕਾਂ ਦੁਆਰਾ। ਅਤੇ ਪੁਸਤਕਾਂ ਦਾ ਸੰਗ੍ਰਹਿ ਕਿੱਥੇ ਹੁੰਦਾ? ਪੁਸਤਕਾਲਿਆ ਦੇ ਵਿੱਚ, ਲਾਇਬ੍ਰੇਰੀ ਦੇ ਵਿੱਚ ਹੁੰਦਾ। ਸਕੂਲ ਅਤੇ ਪੁਸਤਕਾਲਿਆ, ਸਕੂਲ ਸਿੱਖਿਆ ਦਾ ਇੱਕ ਕਮਰਾ ਹੈ ਜੀ। ਸਕੂਲ ਪੁਸਤਕਾਲਿਆ ਜਿਹੜਾ ਸਕੂਲ ਦਾ ਦਿਮਾਗ ਵੀ ਆਖਦੇ ਹਨ ਇਸ ਨੂੰ। ਪ੍ਰਸ਼ਨ ਧਿਆਨ ਰੱਖਿਓ ਕਿ ਸਕੂਲ ਦਾ ਦਿਮਾਗ ਕਿਸ ਨੂੰ ਆਖਦੇ ਹਨ, ਤਾਂ ਤੁਸੀਂ ਇਹਦਾ ਉੱਤਰ ਕੀ ਦੇਣਾ ਜੀ? ਜਿਹੜਾ ਪੁਸਤਕਾਲਿਆ ਹੁੰਦਾ, ਸਕੂਲ ਦੀ ਲਾਇਬ੍ਰੇਰੀ ਹੈ ਜਿਹੜੀ, ਉਸ ਨੂੰ ਕੀ ਕਿਹਾ ਜਾਂਦਾ ਹੈ? ਸਕੂਲ ਦਾ ਦਿਮਾਗ, ਸਕੂਲ ਦਾ ਮਾਈਂਡ ਉਸ ਨੂੰ ਕਿਹਾ ਜਾਂਦਾ ਹੈ। ਹਾਂਜੀ, ਪੁਸਤਕਾਲੇ ਵਿੱਚ ਵਿਦਿਆਰਥੀ ਸੰਸਾਰ ਭਰ ਦੀ ਸੈਰ ਕਰਦਾ, ਬਿਲਕੁਲ ਸਹੀ ਹੈ। ਦੁਨੀਆ ਭਰ ਦੇ ਮੰਨ ਲਓ ਗਿਆਨ ਨਾਲ ਸੰਬੰਧਿਤ ਪੁਸਤਕਾਂ ਉਹ ਵਿੱਚ ਪਈਆਂ ਹੋਈਆਂ ਪੁਸਤਕਾਲਿਆ ਦੇ ਵਿੱਚ, ਅਤੇ ਉਹਦੇ ਨਾਲ ਕੀ ਕਰੇਗਾ? ਜੋ ਬੱਚਾ ਹੈ ਉਹ ਸਥੂਲ ਅਧਿਆਪਨ ਦੇ ਨਾਲ ਜੁੜੇਗਾ। ਸਥੂਲ ਅਧਿਆਪਨ ਹੈ ਜਿਹੜਾ ਆਪਾਂ ਪੜ੍ਹਿਆ ਸੀ, ਸੂਖਮ ਅਤੇ ਸਥੂਲ ਅਧਿਆਪਨ ਪੜ੍ਹਿਆ ਸੀ ਆਪਾਂ। ਉਹਦੇ ਵਿੱਚੋਂ ਸਥੂਲ ਅਧਿਆਪਨ ਨਾਲ ਜਦੋਂ ਬੱਚਾ ਜੁੜਦਾ, ਇਹਦਾ ਮਤਲਬ ਕੀ ਹੈ? ਉਹ ਆਪਣੇ ਜਿਹੜੇ ਪਾਠ ਪੁਸਤਕ ਦੇ ਨਾਲ ਜਾਂ ਪਾਠ ਵਿਸ਼ੇ ਦੇ ਨਾਲ ਸੰਬੰਧਿਤ ਜਿਹੜਾ ਕੋਈ ਸਿਲੇਬਸ ਹੈ, ਉਸ ਤੋਂ ਬਾਹਰ ਜੋ ਵੀ ਪੜ੍ਹੇਗਾ ਉਸ ਨੂੰ ਸਥੂਲ ਦੇ ਵਿੱਚ ਮੰਨਿਆ ਜਾਂਦਾ ਹੈ। ਹਾਂਜੀ, ਗਿਆਨ, ਵਿਗਿਆਨ, ਸਾਹਿਤ ਆਦਿ ਤੋਂ ਜਾਣੀ ਹੁੰਦਾ ਹੈ। ਅੱਗੇ ਦੇਖੋ ਜੀ, ਦੋ ਚੀਜ਼ਾਂ ਹੋਰ ਦਿੱਤੀਆਂ, ਇਹਨਾਂ ਆਦਿ ਤੋਂ ਜਾਣੂ ਹੁੰਦਾ ਹੈ। ਪੰਡਿਤ ਨਹਿਰੂ ਅਤੇ CO ਹਾਲ ਦੀਆਂ ਪਰਿਭਾਸ਼ਾਵਾਂ, ਇਹਨਾਂ ਨੇ ਲਾਇਬ੍ਰੇਰੀ ਪੁਸਤਕਾਲਿਆ ਬਾਰੇ ਆਪਣੇ ਕੀ ਵਿਚਾਰ ਦਿੱਤੇ ਹੈ? ਦੇਖੋ ਜੀ, ਪੁਸਤਕਾਲਾ ਸੰਸਾਰ ਦੇ ਗਿਆਨ ਦੀ ਕੁੰਜੀ ਹੈ। ਹੂਬਹੂ ਇਸ ਗੱਲ ਨੂੰ ਚੇਤੇ ਰੱਖਿਓ, ਪੁਸਤਕਾਲਾ ਸੰਸਾਰ ਦੇ ਗਿਆਨ ਦੀ ਕੁੰਜੀ ਹੈ। ਉਪਰੋਕਤ ਕਥਨ ਕਿਸ ਦਾ ਹੈ? ਤਾਂ ਇਹ ਕਥਨ ਹੈਗਾ ਜੀ ਪੰਡਿਤ ਜਵਾਹਰ ਲਾਲ ਨਹਿਰੂ ਦਾ। ਹਾਂਜੀ, ਉਸ ਤੋਂ ਬਾਅਦ CO ਹਾਲ ਅਨੁਸਾਰ ਕੀ ਹੈ? ਪੁਸਤਕਾਲੇ ਵਿੱਚ ਵਿਸ਼ਵ ਸੰਸਕ੍ਰਿਤੀ ਦਾ ਨਿਵਾਸ ਹੁੰਦਾ ਹੈ। ਹੁਣ ਮੰਨ ਲਓ ਵੀ ਇਸ ਤਰ੍ਹਾਂ ਦਾ ਪ੍ਰਸ਼ਨ ਆ ਜੇ, ਪੁਸਤਕਾਲੇ ਵਿੱਚ ਵਿਸ਼ਵ ਸੰਸਕ੍ਰਿਤੀ ਦਾ ਨਿਵਾਸ ਹੁੰਦਾ ਹੈ, ਇਹ ਉਪਰੋਕਤ ਕਥਨ ਕਿਸ ਦਾ ਹੈ? ਪੰਡਿਤ ਨਹਿਰੂ ਦਾ ਜਾਂ CO ਹਾਲ ਦਾ? ਤਾਂ ਆਪਾਂ ਸੰਸਕ੍ਰਿਤੀ ਸ਼ਬਦ ਦੇ ਅਨੁਸਾਰ ਜੇ ਵੇਖ ਲਾਂਗੇ ਵੀ ਸੰਸਕ੍ਰਿਤੀ ਦਾ ਸੰਬੰਧ ਆਪਣੇ ਭਾਰਤ ਦੇ ਨਾਲ ਜ਼ਿਆਦਾ, ਅਤੇ ਜਵਾਹਰ ਲਾਲ ਨਹਿਰੂ ਹੈ ਜਿਹੜਾ ਉਹ ਭਾਰਤ ਦਾ ਸਾਡਾ ਪਹਿਲਾ ਪ੍ਰਧਾਨ ਮੰਤਰੀ ਆ। ਹੋ ਸਕਦਾ ਆਪਾਂ ਇਸ ਤਰ੍ਹਾਂ ਗਲਤ ਕਰ ਜਾਈਏ, ਕਿਉਂਕਿ ਜੋ ਐਗਜ਼ਾਮੀਨਰ ਹੁੰਦਾ ਉਹ ਆਪਣੇ ਇਸੇ ਪ੍ਰਕਾਰ ਦੇ ਨਾਲ ਹੀ ਉਹਦੇ ਮਤਲਬ ਆਪਸ਼ਨ ਪਾਉਣ ਦੇ ਤਰੀਕੇ ਹੀ ਇਹ ਹੁੰਦੇ ਆ ਉਹਦੇ ਕੋਲ। ਇਸ ਕਰਕੇ ਆਪਾਂ ਨੂੰ ਥੋੜ੍ਹਾ ਜਿਹਾ ਧਿਆਨ ਦੇ ਵਿੱਚ ਰੱਖਣਾ ਦੋਨਾਂ ਦੀ ਪਰਿਭਾਸ਼ਾ ਨੂੰ। ਪੰਡਿਤ ਨਹਿਰੂ ਕਹਿੰਦਾ ਪੁਸਤਕਾਲਾ ਸੰਸਾਰ ਦੇ ਗਿਆਨ ਦੀ ਕੁੰਜੀ ਹੈ, ਅਤੇ ਦੂਸਰੀ ਗੱਲ CO ਹਾਲ ਕਹਿੰਦਾ ਪੁਸਤਕਾਲੇ ਵਿੱਚ ਵਿਸ਼ਵ ਸੰਸਕ੍ਰਿਤੀ ਦਾ ਨਿਵਾਸ ਹੁੰਦਾ ਹੈ। ਸੰਸਾਰ ਦੀ ਗੱਲ ਹੈ ਜਿਹੜਾ ਉਹ ਪੰਡਿਤ ਨਹਿਰੂ ਕਰੂਗਾ, ਅਤੇ ਵਿਸ਼ਵ ਦੀ ਗੱਲ ਹੈ ਜਿਹੜੀ CO ਹਾਲ ਕਰੂਗਾ। ਹਾਂਜੀ, ਪੁਸਤਕਾਲੇ ਦੀ ਲੋੜ ਅਤੇ ਮਹੱਤਤਾ ਕੀ ਹੈ? ਦੇਖੋ ਜੀ, ਗਿਆਨ ਦਾ ਸੋਮਾ ਜਾਂ ਸਾਧਨ ਹੈ ਜੀ, ਬਿਲਕੁਲ ਸਹੀ ਹੈ ਜੀ। ਜਿੰਨਾ ਗਿਆਨ ਆਪਾਂ ਨੂੰ ਪੁਸਤਕਾਲਿਆ ਦੇ ਵਿੱਚ ਮਿਲਦਾ, ਉਨਾ ਹੋਰ ਕਿਤੋਂ ਨਹੀਂ ਮਿਲ ਸਕਦਾ ਲਾਇਬ੍ਰੇਰੀ ਦੇ ਵਿੱਚ। ਪੜ੍ਹਨ ਦੀ ਰੁਚੀ ਨੂੰ ਉਤੇਜਿਤ ਕਰਦਾ ਹੈ। ਹਾਂ ਸਹੀ ਹੈ, ਪੜ੍ਹਨ ਦੀ ਰੁਚੀ ਬਿਲਕੁਲ ਉਤੇਜਿਤ ਹੁੰਦੀ ਹੈ ਵਿਦਿਆਰਥੀ ਦੀ। ਵਿਦਿਆਰਥੀ ਉਤਸੁਕ ਰਹਿੰਦਾ ਹੈ ਨੈਕਸਟ ਅਗਲਾ ਸਟੈਪ ਕੀ ਹੋਊਗਾ ਉਹਨੂੰ ਜਾਣਨ ਵਾਸਤੇ। ਚਿੰਤਨ ਲਈ ਪ੍ਰੇਰਣਾਦਾਇਕ ਹੁੰਦਾ ਹੈ, ਚਿੰਤਨ ਦਾ ਵਿਕਾਸ ਹੁੰਦਾ ਹੈ। ਸਹੀ ਗੱਲ ਹੈ ਜੀ, ਜਿੰਨਾ ਹੀ ਵਿਦਿਆਰਥੀ ਗਿਆਨ ਪ੍ਰਾਪਤ ਕਰੂਗਾ, ਜਿੰਨੀਆਂ ਮਤਲਬ ਕੀ ਹੈ ਪੁਸਤਕਾਂ ਪੜ੍ਹਦਾ ਜਾਊਗਾ, ਉਹਦੇ ਨਾਲ ਉਹਦੇ ਗਿਆਨ ਦਾ ਵਿਕਾਸ ਹੋਊਗਾ, ਉਹਦੇ ਚਿੰਤਨ ਦਾ ਵਿਕਾਸ ਹੋਊਗਾ, ਚਿੰਤਨ ਕਰਨ ਦੀ ਸ਼ਕਤੀ ਵਧੇਗੀ। ਅਗਲੀ ਗੱਲ ਦੇਖੋ ਕੀ ਹੈ? ਸ਼ਖਸੀਅਤ ਉਸਾਰੀ ਵਿੱਚ ਸਹਾਇਕ ਹੁੰਦਾ ਹੈ। ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਉਹਨੂੰ ਕਿਹਾ ਜਾਂਦਾ ਹੈ ਸ਼ਖਸੀਅਤ ਉਸਾਰੀ, ਉਹਦੇ ਵਿੱਚ ਸਹਾਇਕ ਹੁੰਦਾ ਹੈ। ਅੱਗੇ ਦੇਖਦੇ ਹਾਂ, ਸ਼ਖਸੀਅਤ ਉਸਾਰੀ ਵਿੱਚ ਸਹਾਇਕ ਹੁੰਦਾ ਹੈ ਜੀ ਪੁਸਤਕਾਲਾ।
ਪੁਸਤਕਾਲਾ ਜਿਹੜਾ ਹੈ, ਲਾਇਬ੍ਰੇਰੀ ਹੈ, ਉਹ ਸਾਡੀ ਸ਼ਖਸੀਅਤ ਉਸਾਰੀ ਦੇ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ, ਜਿਹੜੀ ਬੱਚੇ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਸਹਾਇਤਾ ਕਰਦਾ ਹੈ। ਉਸ ਤੋਂ ਬਾਅਦ ਅੱਗੇ ਦੇਖਦੇ ਹਾਂ, JB ਐਡਮੋਂਸਨ ਨਾਮ ਦਾ ਇੱਕ ਭਾਸ਼ਾ ਵਿਗਿਆਨੀ ਹੈ, ਉਹਨੇ ਇੱਕ ਪਰਿਭਾਸ਼ਾ ਦਿੱਤੀ ਹੈ। JB ਐਡਮੋਂਸਨ ਉਹ ਕਹਿੰਦਾ, ਪੁਸਤਕਾਲਾ ਅਜਿਹੀ ਪ੍ਰਯੋਗਸ਼ਾਲਾ ਹੈ ਜੋ ਵਿਦਿਆਰਥੀ ਨੂੰ ਵਰਤਮਾਨ ਸਥਿਤੀ ਨਾਲ ਜਾਣੂ ਕਰਵਾ ਕੇ ਉਸ ਨੂੰ ਸੁੰਦਰ ਜੀਵਨ ਜੀਣ ਲਈ ਤਿਆਰ ਕਰਦੀ ਹੈ। ਇਹ ਬਹੁਤ ਹੀ ਇੰਪੋਰਟੈਂਟ ਪਰਿਭਾਸ਼ਾ ਧਿਆਨ ਦੇ ਵਿੱਚ ਰੱਖਣਾ ਤੁਸੀਂ। JB ਐਡਮੋਂਸਨ ਨੇ ਦਿੱਤੀ ਹੈ ਪਰਿਭਾਸ਼ਾ। ਉਹ ਕਹਿੰਦਾ ਵੀ ਪੁਸਤਕਾਲਾ ਇੱਕ ਪ੍ਰਯੋਗਸ਼ਾਲਾ ਹੈ। ਪਹਿਲੀ ਗੱਲ ਉਹਨੇ ਕਹੀ ਹੈ ਕਿ ਪੁਸਤਕਾਲਾ ਇੱਕ ਪ੍ਰਯੋਗਸ਼ਾਲਾ ਹੈ। ਡਾਕਟਰ ਜਵਾਹਰ ਲਾਲ ਨਹਿਰੂ ਨੇ ਕਿਹਾ ਹੈ ਕਿ ਪੁਸਤਕਾਲਾ ਸੰਸਾਰ ਦੇ ਗਿਆਨ ਦੀ ਕੁੰਜੀ ਹੈ। ਉਸ ਤੋਂ ਬਾਅਦ ਵਿਸ਼ਵ ਦੀ ਸੰਸਕ੍ਰਿਤੀ ਦੀ ਗੱਲ ਉਹ ਜਿਹੜੀ ਆਪਣੀ ਕੀਤੀ ਆ ਹਾਲ ਨੇ। ਅਤੇ ਹੁਣ ਇੱਥੇ JB ਐਡਮੋਂਸਨ ਕਹਿੰਦਾ ਪੁਸਤਕਾਲਾ ਇੱਕ ਅਜਿਹੀ ਪ੍ਰਯੋਗਸ਼ਾਲਾ ਹੈ ਜੋ ਵਿਦਿਆਰਥੀ ਨੂੰ ਵਰਤਮਾਨ ਸਥਿਤੀ ਨਾਲ ਜਾਣੂ ਕਰਵਾ ਕੇ ਉਸ ਨੂੰ ਸੁੰਦਰ ਜੀਵਨ ਜੀਣ ਲਈ ਤਿਆਰ ਕਰਦੀ ਹੈ। ਇਹ ਗੱਲ ਕਿਹਨੇ ਆਖੀ ਹੈ? JB ਐਡਮੋਂਸਨ ਨੇ। ਧਿਆਨ ਰੱਖਿਓ ਬੇਟਾ ਜੀ, ਬਹੁਤ ਇੰਪੋਰਟੈਂਟ ਹੈ। 3 ਪਰਿਭਾਸ਼ਾਵਾਂ, ਤਿੰਨੇ ਦੀਆਂ ਤਿੰਨੇ ਬਹੁਤ ਇੰਪੋਰਟੈਂਟ ਹੈ। ਉਸ ਤੋਂ ਅੱਗੇ ਦੇਖੋ, ਨਿਰਧਾਰਿਤ ਪਾਠਕ੍ਰਮ ਵਿੱਚ ਵਿਸ਼ੇ ਬਾਰੇ ਸੰਪੂਰਨ ਜਾਣਕਾਰੀ ਦਿੰਦਾ। ਹੁਣ ਦੇਖੋ ਜੀ, ਜਿਹੜਾ ਨਿਰਧਾਰਿਤ ਕੀਤਾ ਹੁੰਦਾ ਪਾਠਕ੍ਰਮ, ਉਹਦੇ ਵਿੱਚ ਹੁਣ ਐ ਤਾਂ ਹੈ ਨਹੀਂ ਵੀ ਮੰਨ ਲਓ ਕੋਈ ਆਪਾਂ ਪੰਜਾਬੀ ਸਾਹਿਤ ਬਾਰੇ ਮੰਨ ਲਓ ਪੜ੍ਹੀਏ। ਇੱਕ ਉਦਾਹਰਣ ਮੈਂ ਤੁਹਾਨੂੰ ਦਿੰਦਾ ਹੈ ਵੀ ਪੰਜਾਬੀ ਸਾਹਿਤ ਬਾਰੇ ਵਿਦਿਆਰਥੀਆਂ ਨੂੰ 11ਵੀਂ 12ਵੀਂ ਦੀਆਂ ਨੂੰ ਪੜ੍ਹਾਇਆ ਜਾਂਦਾ। ਉਹਨਾਂ ਨੂੰ ਸਾਰਾ ਨਹੀਂ ਪੜ੍ਹਾਇਆ ਜਾਂਦਾ, ਉਹਨਾਂ ਹੀ ਪੜ੍ਹਾਇਆ ਜਾਂਦਾ ਹੈ ਜੋ ਇੰਪੋਰਟੈਂਟ ਹੈ। ਮਤਲਬ ਕੀ ਹੈ, ਜੋ ਅਲੱਗ ਜਿਹਾ ਥੋੜ੍ਹਾ ਜਿਹਾ ਉਹ ਹੀ ਪੜ੍ਹਾਇਆ ਜਾਂਦਾ ਹੈ, ਜਾਂ ਜਿਹਦੇ ਵਿੱਚ ਕੋਈ ਵਿਸ਼ੇਸ਼ ਗੱਲ ਹੈ, ਉਹਦੇ ਵਿੱਚ ਉਸ ਦੀ ਵਿਆਖਿਆ ਕੋਈ ਬਾਹਲੀ ਨਹੀਂ ਦਿੱਤੀ ਹੁੰਦੀ। ਉਹਨੂੰ ਹੋਰ ਮਤਲਬ ਅੱਗੇ ਵਿਸ਼ੇ ਬਾਰੇ ਪੂਰੀ ਜਾਣਕਾਰੀ ਲੈਣੀ ਹੈ ਤਾਂ ਉਹਦੇ ਵਾਸਤੇ ਲਾਇਬ੍ਰੇਰੀ ਦੀ ਸਹਾਇਤਾ ਲੈਣੀ ਪੈਂਦੀ ਹੈ। ਪੁਸਤਕਾਲਾ ਦੇ ਵਿੱਚ ਉਸ ਵਿਸ਼ੇ ਦੇ ਨਾਲ ਸੰਬੰਧਿਤ ਪੁਸਤਕਾਂ ਦੀ ਹੈਲਪ ਲੈਣੀ ਪੈਂਦੀ ਹੈ। ਸਵੈ ਅਧਿਐਨ ਲਈ ਮੌਕੇ ਪ੍ਰਦਾਨ ਕਰਦਾ ਹੈ। ਸਵੈ ਅਧਿਐਨ ਜੇ ਕਿਸੇ ਵਿਦਿਆਰਥੀ ਨੇ ਕਰਨਾ ਹੈ ਤਾਂ ਲਾਇਬ੍ਰੇਰੀ ਸਭ ਤੋਂ ਬੈਸਟ ਆਪਸ਼ਨ ਹੈ। ਉਹ ਕਿਵੇਂ ਹੈ ਜੀ? ਦੇਖੋ, ਕਿਉਂਕਿ ਸਵੈ ਅਧਿਐਨ ਜਦੋਂ ਬੱਚਾ ਖੁਦ ਕਰਦਾ, ਸਵੈ ਅਧਿਐਨ ਦਾ ਮਤਲਬ ਹੈ ਕਿ ਖੁਦ ਅਧਿਐਨ ਕਰਨਾ, ਆਪ ਪੜ੍ਹਾਈ ਕਰਨੀ, ਤਾਂ ਉਹਦੇ ਵਿੱਚ ਲਾਇਬ੍ਰੇਰੀ ਉਹਦਾ ਸਭ ਤੋਂ ਵੱਡਾ ਸਾਥੀ ਹੈ ਉਸ ਮੌਕੇ। ਕਿਉਂਕਿ ਸਵੈ ਅਧਿਐਨ ਦੀ ਜਦੋਂ ਪ੍ਰਵਿਰਤੀ ਨੂੰ ਵਿਦਿਆਰਥੀ ਅਪਣਾਉਂਦਾ ਹੈ ਤਾਂ ਉਦੋਂ ਉਹ ਸਥੂਲ ਜਿਹੜੀ ਸਿੱਖਿਆ ਹੈ ਉਹਦੇ ਨਾਲ ਜੁੜਦਾ ਹੈ। ਸਥੂਲ ਸਿੱਖਿਆ ਦੇ ਨਾਲ ਜੁੜਨ ਦਾ ਮਤਲਬ ਹੈ ਕਿ ਉਹ ਪਾਠ ਪੁਸਤਕ ਤੋਂ ਬਾਹਰੀ ਪੜ੍ਹਾਈ ਹੈ ਜਿਹੜੀ ਉਹ ਕਰਨ ਜਾ ਰਿਹਾ, ਅਤੇ ਉਹਦੇ ਵਿੱਚ ਇਹਦਾ ਬਹੁਤ ਮਹੱਤਵ ਹੈ। ਅੱਗੇ ਮੌਨ ਪਾਠ ਦਾ ਅਭਿਆਸ ਪੁਸਤਕਾਲੇ ਵਿੱਚ ਹੁੰਦਾ ਹੈ। ਲਾਇਬ੍ਰੇਰੀ ਦੇ ਵਿੱਚ ਉੱਚੀ ਬੋਲ ਹੀ ਨਹੀਂ ਸਕਦੇ। ਲਾਇਬ੍ਰੇਰੀ ਦੇ ਵਿੱਚ ਤਾਂ ਬੋਰਡ ਲੱਗੇ ਹੁੰਦੇ ਆ ਥਾਂ ਥਾਂ 'ਤੇ ਵੀ ਕੀਪ ਸਾਈਲੈਂਸ, ਜਾਂ ਆਪਣੇ ਐਵੇਂ ਦੇ ਹੀ ਲੱਗੇ ਹੁੰਦੇ ਆ, ਹੈ ਨਾ, ਵੀ ਕੀਪ ਸਾਈਲੈਂਸ, ਵੀ ਕਿਰਪਾ ਕਰਕੇ ਚੁੱਪ ਰਹੋ, ਸਾਇਲੈਂਟ ਪਲੀਜ਼, ਇਸ ਤਰ੍ਹਾਂ ਕਰਕੇ ਲਿਖਿਆ ਹੁੰਦਾ। ਜਾਂ ਉਹ ਹਾਰਨ ਜਿਹਾ ਲਾ ਕੇ ਉੱਤੇ ਐਵੇਂ ਗੋਲ ਕਰਕੇ ਕਾਂਟਾ ਲਾਇਆ ਹੁੰਦਾ ਵੀ ਬੋਲਣਾ ਨਹੀਂ ਗਾ, ਹਾਂ, ਮਤਲਬ ਆਵਾਜ਼ ਨਹੀਂ ਕਰਨੀ। ਮੌਨ ਪਾਠ ਦਾ ਅਭਿਆਸ ਹੈ ਜਿਹੜਾ ਉਹ ਪੁਸਤਕਾਲਾ ਦੇ ਵਿੱਚ ਹੁੰਦਾ। ਆਪਾਂ 2 ਤਰ੍ਹਾਂ ਦੀ ਪਾਠ ਪੜ੍ਹੀ ਸੀ, ਇੱਕ ਉੱਚੀ ਪਾਠ, ਇੱਕ ਮੌਨ ਪਾਠ। ਮੌਨ ਪਾਠ ਦਾ ਸੰਬੰਧ ਪੁਸਤਕਾਲਾ ਦੇ ਨਾਲ ਹੈ, ਲਾਇਬ੍ਰੇਰੀ ਦੇ ਨਾਲ ਹੈ। ਭਾਸ਼ਾ ਸਿੱਖਿਆ ਦੇ ਹੁਣ ਧਿਆਨ ਰੱਖਿਓ, ਪੁਸਤਕਾਲਾ ਦੇ ਵਿੱਚ ਕਿਹੜਾ ਪਾਠ ਕੀਤਾ ਜਾਂਦਾ ਹੈ ਜੀ? ਮੌਨ ਪਾਠ ਕੀਤਾ ਜਾਂਦਾ। ਮੌਨ ਪਾਠ, ਉੱਚੀ ਪਾਠ, ਇਸ ਤਰ੍ਹਾਂ ਕਰਕੇ ਆਪਸ਼ਨ ਪਾ ਦੇਵੇ ਅਧਿਆਪਕ, ਜਾਂ ਦੋਨੋਂ ਪਾਠ ਜਾਂ ਦੋਨਾਂ ਵਿੱਚੋਂ ਕੋਈ ਨਹੀਂ ਤਾਂ ਤੁਸੀਂ ਕਿਹੋ ਜੀ ਮੌਨ ਪਾਠ। ਭਾਸ਼ਾ ਸਿੱਖਿਆ ਦੇ ਉਦੇਸ਼ਾਂ ਦੀ ਪ੍ਰਾਪਤੀ ਵਿੱਚ ਸਹਾਇਕ ਹੁੰਦਾ ਹੈ। ਭਾਸ਼ਾ ਸਿੱਖਿਆ ਦੇ ਮੈਂ ਤੁਹਾਨੂੰ ਦੱਸਿਆ ਵੀ ਹਰ ਚੀਜ਼ ਦੇ ਉਦੇਸ਼ ਹੁੰਦੇ ਆ। ਭਾਸ਼ਾ ਸਿੱਖਿਆ ਦੇ ਵੀ ਉਦੇਸ਼ ਹਨ, ਉਹਨਾਂ ਦੀ ਪੂਰਤੀ ਵਿੱਚ ਸਹਾਇਕ ਹੁੰਦਾ ਹੈ, ਪ੍ਰਾਪਤੀ ਵਿੱਚ। ਵਿਹਲੇ ਸਮੇਂ ਦੀ ਸਹਿਯੋਗ ਵਰਤੋਂ ਜੇ ਕਿਸੇ ਨੇ ਕਰਨੀ ਹੈ, ਵਿਹਲੇ ਸਮੇਂ ਦੀ ਮਤਲਬ ਕੀ ਹੈ ਵੀ ਵਧੀਆ ਵਰਤੋਂ ਜੇ ਕਰਨੀ ਹੈ ਕਿਸੇ ਨੇ, ਤਾਂ ਲਾਇਬ੍ਰੇਰੀ ਤੋਂ ਬੈਸਟ ਆਪਸ਼ਨ ਕੋਈ ਨਹੀਂ ਹੈ। ਲਾਇਬ੍ਰੇਰੀ ਦੇ ਵਿੱਚ ਜਾਓ, ਵੰਨ ਸਵੰਨੀਆਂ ਤਰ੍ਹਾਂ ਤਰ੍ਹਾਂ ਦੀਆਂ ਭਾਂਤ-ਭਾਂਤ ਦੀਆਂ ਕਿਤਾਬਾਂ ਪੜ੍ਹੋ, ਅਤੇ ਨਾਲੇ ਨੌਲੇਜ ਪ੍ਰਾਪਤ ਕਰੋ, ਅਤੇ ਨਾਲੇ ਵਿਹਲੇ ਸਮੇਂ ਦੀ ਸਹਿਯੋਗ ਵਰਤੋਂ। ਕਿਤਾਬਾਂ ਮਨੁੱਖ ਦਾ ਬੈਸਟ ਸਾਥੀ ਹੈ। ਧਿਆਨ ਰੱਖਿਓ ਇਸ ਗੱਲ ਦਾ। ਪੁਸਤਕਾਲੇ ਦੀ ਸਮੱਗਰੀ ਕਿਹੜੀ ਕਿਹੜੀ ਹੁੰਦੀ ਹੈ? ਇੱਕ ਤਾਂ ਹਵਾਲਾ ਪੁਸਤਕਾਂ ਹੁੰਦੀਆਂ, ਰੈਫਰੈਂਸ ਬੁੱਕ ਆਪਾਂ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ, ਹਵਾਲਾ ਪੁਸਤਕਾਂ, ਹਵਾਲਾ ਦੇਣਾ ਹੈ ਨਾ, ਕਹਿੰਦੇ ਹਾਂ ਨਾ ਆਪਾਂ, ਹਾਂ। ਸ਼ਬਦ ਕੋਸ਼ ਹੁੰਦੇ ਆ ਜਿਹੜੇ, ਵਿਸ਼ਵ ਕੋਸ਼ ਹੁੰਦੇ ਆ, ਅਖਾਣ ਕੋਸ਼, ਐਟਲਸ ਪਏ ਹੁੰਦੇ ਆ ਜਿਹੜੇ, ਇਹ ਸਾਰੇ ਹਵਾਲਾ ਪੁਸਤਕਾਂ ਦੀ ਸੂਚੀ ਵਿੱਚ ਆਉਂਦੇ ਆ। ਇਹਨਾਂ ਤੋਂ ਆਪਾਂ ਹਵਾਲੇ ਦੇ ਨਾਲ ਪੜ੍ਹਦੇ ਹਾਂ। ਪੰਜਾਬੀ ਸਾਹਿਤ ਸੰਬੰਧੀ ਗ੍ਰੰਥ ਪਏ ਹੋਣ, ਮਹਾਨ ਕਵੀਆਂ, ਲੇਖਕਾਂ, ਖੋਜੀਆਂ, ਆਲੋਚਕਾਂ ਦੀਆਂ ਪੁਸਤਕਾਂ, ਇਹ ਪੁਸਤਕਾਲੇ ਦੀ ਸਮੱਗਰੀ ਆ ਵੀ ਪੁਸਤਕਾਲੇ ਦੇ ਵਿੱਚ ਕਿਹੜੀ ਕਿਹੜੀ ਸਮੱਗਰੀ ਹੋਣੀ ਚਾਹੀਦੀ ਹੈ। ਜਿਹੜੀਆਂ ਕਿਤਾਬਾਂ ਮਤਲਬ ਕਿਹੜੀਆਂ ਸੰਬੰਧੀ ਹੋਣੀਆਂ ਚਾਹੀਦੀਆਂ। ਖਾਸ ਕਰਕੇ ਮੈਂ ਪੰਜਾਬੀ ਭਾਸ਼ਾ ਦੀ ਗੱਲ ਕਰ ਰਿਹਾ, ਕਿਉਂਕਿ ਇੱਥੇ ਪੰਜਾਬੀ ਭਾਸ਼ਾ ਦੀ ਲਾਇਬ੍ਰੇਰੀ ਦੀ ਗੱਲ ਹੋ ਰਹੀ ਹੈ।
ਸਿੱਖਿਆ ਵਿਧੀਆਂ ਨਾਲ ਸੰਬੰਧਿਤ ਪੁਸਤਕਾਂ ਤੇ ਬਾਲ ਮਨੋਵਿਗਿਆਨ ਨਾਲ ਸੰਬੰਧਿਤ ਪੁਸਤਕਾਂ, ਸਕੂਲ ਦੀਆਂ ਵੱਖ-ਵੱਖ ਜਮਾਤਾਂ ਲਈ ਨਿਰਧਾਰਿਤ ਪੁਸਤਕਾਂ ਵੀ ਲਾਇਬ੍ਰੇਰੀ ਦੇ ਵਿੱਚ ਹੋਣੀਆਂ ਚਾਹੀਦੀਆਂ। ਸਮਾਚਾਰ ਪੱਤਰ ਤੇ ਪੱਤਰਿਕਾਵਾਂ ਵੀ ਆਉਣੀਆਂ ਚਾਹੀਦੀਆਂ। ਜਿਹੜੀ ਇੱਕ ਹਫ਼ਤਾਵਾਰ ਕੋਈ ਪੱਤਰਿਕਾ ਹੁੰਦੀ ਹੈ ਜਾਂ ਕੋਈ ਰੋਜ਼ ਆਉਂਦੀਆਂ ਜਿਹੜੀਆਂ ਉਹ ਲਾਇਬ੍ਰੇਰੀ ਦੇ ਵਿੱਚ ਆਉਣੀਆਂ ਚਾਹੀਦੀਆਂ ਹਨ, ਤਾਂ ਜੋ ਵਿਦਿਆਰਥੀ ਕਰੰਟ ਜੀਕੇ ਦੇ ਨਾਲ ਜੁੜਿਆ ਰਹੇ। ਉਹਦੇ ਨਾਲ ਉਸ ਨੂੰ ਮਤਲਬ ਕੀ ਹੈ, ਰੁਜ਼ਗਾਰ ਸਮਾਚਾਰ ਵਗੈਰਾ ਇਹ ਸਾਰੀਆਂ, ਜਾਂ ਕੋਈ ਕਿਸੇ ਨੇ ਲੇਖ ਲਿਖਿਆ ਵਰਤਮਾਨ ਦੇ ਵਿੱਚ, ਵਰਤਮਾਨ ਦਾ ਕੋਈ ਮੁੱਦਾ ਚੱਲ ਰਿਹਾ, ਉਹ ਸਾਰੀਆਂ ਚੀਜ਼ਾਂ ਵਿਦਿਆਰਥੀ ਨੂੰ ਕਿੱਥੇ ਮਿਲਣਗੀਆਂ ਬੇਟਾ ਜੀ? ਸਮਾਚਾਰ ਪੱਤਰ ਪੱਤਰਿਕਾਵਾਂ। ਬਾਲ ਸਾਹਿਤ ਹੋਣਾ ਚਾਹੀਦਾ ਹੈ, ਬਾਲ ਕਵਿਤਾਵਾਂ, ਕਹਾਣੀਆਂ, ਨਾਟਕ, ਇਹ ਸਾਰੀਆਂ। ਕਿਸ਼ੋਰ ਸਾਹਿਤ ਦੇ ਵਿੱਚ ਮਹਾਨ ਰਚਨਾਵਾਂ, ਕਿਉਂਕਿ ਕਿਸ਼ੋਰ ਹੈ ਜਿਹੜਾ, ਉਸ ਨੂੰ ਥੋੜ੍ਹਾ ਜਿਹਾ ਉਹਦਾ ਖੂਨ ਹੁੰਦਾ ਗਰਮ ਕਿਸ਼ੋਰ ਦਾ, ਤਾਂ ਉਸ ਸਥਿਤੀ ਦੇ ਵਿੱਚ ਕੀ ਹੈ, ਉਸ ਨੂੰ ਭਗਤ ਸਿੰਘ ਵਰਗਿਆਂ ਦੀਆਂ ਜੀਵਨੀਆਂ, ਚੰਦਰ ਸ਼ੇਖਰ ਆਜ਼ਾਦ ਵਰਗੀਆਂ, ਊਧਮ ਸਿੰਘ ਸਰਾਭੇ ਵਰਗੀਆਂ ਦੀਆਂ ਜੀਵਨੀਆਂ, ਗੁਰੂ ਗੋਬਿੰਦ ਸਿੰਘ ਵਰਗੀਆਂ ਸ਼ਖਸੀਅਤਾਂ ਦੀਆਂ ਜੀਵਨੀਆਂ ਜਦੋਂ ਬੱਚਾ ਪੜ੍ਹੂਗਾ ਤਾਂ ਉਸ ਸਥਿਤੀ ਵਿੱਚ ਕੀ ਹੋਊਗਾ? ਬੱਚੇ ਦਾ ਕਿਸ਼ੋਰ ਸਾਹਿਤ ਹੈ ਜਿਹੜਾ, ਉਹਦੇ ਵਿੱਚ ਵਾਧਾ ਹੋਊਗਾ। ਮਨੋਰੰਜਨ ਪ੍ਰਧਾਨ ਪੁਸਤਕਾਂ ਵੀ ਹੋਣੀਆਂ ਚਾਹੀਦੀਆਂ। ਕਿਤੇ ਐ ਨਾ ਹੋਵੇ ਸਾਰੀਆਂ ਗਿਆਨ ਪ੍ਰਾਪਤੀ ਵਾਲਾ ਮਨੋਰੰਜਨ, ਕੋਈ ਜਿਵੇਂ ਕਹਾਣੀਆਂ ਵਗੈਰਾ ਹੁੰਦੀਆਂ ਜਾਂ ਕੋਈ ਹੈ ਨਾ ਇਸ ਤਰ੍ਹਾਂ ਦੀ ਕੋਈ ਚੀਜ਼ ਹੋਵੇ ਜਿਹਦੇ ਨਾਲ ਵਿਦਿਆਰਥੀ ਦਾ ਗਿਆਨ ਪਲੱਸ ਮਨੋਰੰਜਨ ਦੋਨੇ ਚੀਜ਼ਾਂ ਚੱਲਣ। ਹਾਂ, ਗਿਆਨ ਵਿਗਿਆਨ ਦੀਆਂ ਪੁਸਤਕਾਂ ਵੀ ਹੋਣੀਆਂ ਚਾਹੀਦੀਆਂ। ਮਾਨ ਚਿੱਤਰ, ਨਕਸ਼ੇ, ਮਾਡਲ, ਇਹ ਸਾਰੇ ਲਾਇਬ੍ਰੇਰੀ ਦੇ ਵਿੱਚ। ਐਲਬਮ, ਤਸਵੀਰਾਂ, ਹੱਥ ਲਿਖਤ ਖਰੜੇ। ਖਰੜਾ ਹੁੰਦਾ ਹੈ ਲਿਖਤ ਦਾ ਛਪਾਈ ਤੋਂ ਪਹਿਲਾ ਰੂਪ ਜਿਹੜਾ। ਮੰਨ ਲਓ ਕੋਈ ਪੁਸਤਕ ਹੈ ਜਿਹੜੀ ਤੁਸੀਂ ਛਾਪਣੀ ਚਾਹੁੰਦੇ ਆ, ਤੁਸੀਂ ਕਹਿੰਦੇ ਵੀ ਜੀ ਮੈਂ ਨੋਟਸ ਬਣਾਏ ਆ, ਮੈਂ ਇਹਦੀ ਪੁਸਤਕ ਛਪਵਾਉਣੀ ਆ, ਉਹਨਾਂ ਨੋਟਸਾਂ ਨੂੰ ਕਿਹਾ ਜਾਊਗਾ ਖਰੜਾ। ਲਿਖਤ ਦਾ ਛਪਾਈ ਤੋਂ ਪਹਿਲਾਂ ਦਾ ਰੂਪ ਹੱਥ ਨਾਲ ਲਿਖਿਆ ਹੋਇਆ, ਉਹਨੂੰ ਕਿਹਾ ਜਾਂਦਾ ਹੈ ਜੀ ਖਰੜਾ। ਇਹ ਲਿਖਤ, ਹੱਥ ਲਿਖਤ ਖਰੜੇ ਆ ਜਿਹੜੇ, ਇਹ ਵੀ ਹੋਣੇ ਚਾਹੀਦੇ ਆ। ਐਲਬਮ, ਤਸਵੀਰਾਂ ਵਗੈਰਾ, ਜਿਵੇਂ ਕੋਈ ਮੰਨ ਲਓ ਕਿਸੇ ਕਵੀ ਬਾਰੇ ਪੜ੍ਹਾਉਣਾ ਹੈ ਜਾਂ ਕੋਈ ਸਾਹਿਤਕਾਰ ਬਾਰੇ ਪੜ੍ਹਾਉਣਾ ਹੈ, ਤਾਂ ਉਹਦੀ ਪੁਸਤਕ, ਉਹਦੀ ਮੰਨ ਲਓ ਕੋਈ ਤਸਵੀਰ ਹੋਵੇ ਜਾਂ ਕਿਸੇ ਘਟਨਾ ਦੇ ਨਾਲ ਸੰਬੰਧਿਤ ਤਸਵੀਰ ਹੋਵੇ, ਤਾਂ ਉਹਦੇ ਨਾਲ ਕੀ ਹੈ, ਵਿਦਿਆਰਥੀ ਤਸਵੀਰ ਦੇ ਨਾਲ, ਮਾਡਲ ਦੀ ਸਹਾਇਤਾ ਦੇ ਨਾਲ, ਚਿੱਤਰਾਂ ਦੀ ਸਹਾਇਤਾ ਨਾਲ ਜਲਦੀ ਸਿੱਖਦਾ ਹੈ। ਇਹ ਸਾਡੀ ਸਹਾਇਕ ਸਮੱਗਰੀ ਦੇ ਵਿੱਚ ਆਉਂਦੀਆਂ। ਸਹਾਇਕ ਸਮੱਗਰੀ ਵੀ ਹੋਣੀ ਚਾਹੀਦੀ ਹੈ। ਮਾਨ ਚਿੱਤਰ, ਨਕਸ਼ੇ, ਮਾਡਲ, ਇਹ ਸਾਰੇ ਸਹਾਇਕ ਸਮੱਗਰੀ ਦੇ ਵਿੱਚ ਆਉਂਦੇ ਆ, ਇਹ ਜ਼ਰੂਰੀ ਹੋਣੇ ਚਾਹੀਦੇ ਆ। ਨਕਸ਼ਿਆਂ ਦੇ ਵਿੱਚ ਵੇਖ ਸਕਦੇ ਹਾਂ ਆਪਾਂ ਵੀ ਪੰਜਾਬ ਦੇ, ਮੰਨ ਲਓ ਪੰਜਾਬ ਦਾ ਨਕਸ਼ਾ ਹੋਵੇ ਤਾਂ ਆਪਾਂ ਨੂੰ ਉਹਦੇ ਆਧਾਰ 'ਤੇ ਆਪਾਂ ਪੰਜਾਬੀ ਦੀਆਂ ਉਪਬੋਲੀਆਂ ਦੀ ਵਧੀਆ ਵੰਡ ਕਰ ਸਕਦੇ ਹਾਂ, ਉਸ ਨੂੰ ਵਧੀਆ ਯਾਦ ਰੱਖ ਸਕਦੇ ਹਾਂ ਅਗਰ ਆਪਾਂ ਪੰਜਾਬ ਦਾ ਨਕਸ਼ਾ ਯਾਦ ਕਰਦੇ। ਤਾਂ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੋਣੀਆਂ ਚਾਹੀਦੀਆਂ ਬੇਟਾ ਜੀ। ਭਾਸ਼ਾ ਪੁਸਤਕਾਲਾ, ਇਹ ਹੈ ਜਿਹੜਾ ਇੱਕ ਛੋਟਾ ਜਿਹਾ ਟੌਪਿਕ ਸੀ। ਅਗਲੇ ਟੌਪਿਕ ਦੇ ਵਿੱਚ ਆਪਾਂ ਭਾਸ਼ਾ ਪ੍ਰਯੋਗਸ਼ਾਲਾ ਦੀ ਗੱਲ ਕਰਾਂਗੇ। ਭਾਸ਼ਾ ਪ੍ਰਯੋਗਸ਼ਾਲਾ ਦੇ ਵਿੱਚੋਂ ਪ੍ਰਸ਼ਨ ਆਉਂਦਾ ਹੀ ਆਉਂਦਾ, ਭਾਸ਼ਾ ਪੁਸਤਕਾਲਾ ਦੇ ਵਿੱਚੋਂ ਵੀ ਆ ਜਾਂਦਾ ਹੈ ਜੀ। ਲਓ ਜੀ, ਅਗਲੀ ਜਮਾਤ ਦੇ ਵਿੱਚ ਜਲਦੀ ਮਿਲਦੇ ਹਾਂ ਜੀ। ਸਤਿ ਸ੍ਰੀ ਅਕਾਲ।